ਵਾਹਿਗੁਰੂ 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 ਜੀ ਵਾਹਿਗੁਰੂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਵਾਹਿਗੁਰੂ ਨਮਸਤੰ ਅਮਜਵੇ ਨਮਸਤੰ ਅਮਜਵੇ ਵਾਹਿਗੁਰੂ ਵਾਹਿਗੁਰੂ ਤੂੰ ਸਭਨੀ ਥਾਈ ਜਿੱਥੈ ਹੋ ਜਾਈ ਸਾਚਾ ਸਿਰਜਣਹਾਰ ਜੀਓ ਵਾਹਿਗੁਰੂ 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 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਕੇ ਕਾੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਵਾਹਿਗੁਰੂ ਸਾਹਿਬ ਜੀਓ ਸੁਕਾਹਟਾਲ ਗੁਰ ਸੇਵੀਐ ਅਹਨਿਸ ਸਹਿਜ ਸੁਖਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਜ ਤਿਸ ਪਾਵਾ ਵਿਣ ਪਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ
सबना जिया का एक दाता, सो मैं विसर न जाय। गुरा एक देह बुझाई, सबना जिया का एक दाता, सो मैं विसर न जाय। जुग जुग अटाल चवर छतर, तखत दे मालक दीन, दुनी दे पातशाह कुल, खलकत दे रहनुमा, सब दे सांझे, सब दे प्यारे सतगुरु, धन 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 साहिब सच्चे पातशाह श्री गुरु ग्रंथ साहिब जी महाराज। सतगुरु पातशाह जी दे पावन पवित्र हजूरी अंदर सुभाएमान गुरु की अति प्यारी अति सन्मान योग साध संगत जीओ। वाहे गुरु जी का खालसा, वाहे गुरु जी की फतेह। जगत गुरु धन श्री गुरु नानक देव साहिब जी महाराज। जोत रूप हर आप गुरु नानक कहायो, ज्योति रूप जो हरि परमात्मा निरंकार अकाल पुरख जी हन। उसे अकाल पुरख ने हरि ने अपना नाम नानक कहाउणा कीता। भाव गुरु नानक साहिब विच और अकाल पुरख साहिब दे अंदर कोई फर्क नहीं, कोई भेद नहीं। गुरु नानक साहिब आप परमेश्वर दे अवतार हन। जन्म साखी दे बोल ने, हे नानक मेरा नाम पार ब्रह्म परमेश्वर, तेरा नाम गुर परमेश्वर। मेरे विच और तेरे विच, तेरे विच ते मेरे विच कोई भेद नहीं, कोई फर्क नहीं। गुरु नानक साहिब महाराज जी जपजी साहिब दी ये 6ਵੀਂ पौड़ी जी का पाठ हुणे आप जी ने गुरु घर दे वजीर जी की रसना तो श्रवण करना कीता। सिद्ध गुरु नानक साहिब महाराज जी नूं किसे ना किसे तरीके चाहुंदे सन कि विचारां विच चर्चा विच
ਅਸੀਂ ਗੁਰੂ ਨਾਨਕ ਸਾਹਿਬ ਜੀ ਤੇ ਵਿਜੇ ਪ੍ਰਾਪਤ ਕਰੀਏ। ਸਿੱਧ ਕਹਿਣ ਲੱਗੇ ਮਹਾਰਾਜ, ਚਲੋ ਤੁਹਾਨੂੰ 68 ਤੀਰਥਾਂ ਦਾ ਭ੍ਰਮਣ ਕਰਵਾ ਕੇ ਲਿਆਉਨੇ ਆ। ਆਪ ਜੀ ਸਾਡੇ ਨਾਲ ਤੀਰਥ ਯਾਤਰਾ ਤੇ ਚੱਲੋ। ਸਿੱਧਾਂ ਦੇ ਮਨ ਵਿੱਚ ਇਹ ਸੀ ਵਿਚਾਰ ਕਿ ਜਿਵੇਂ ਸਿੱਧੀਆਂ ਦੇ ਬਲ ਸਦਕਾ ਅਸੀਂ ਆਕਾਸ਼ ਵਿੱਚ ਪੰਛੀਆਂ ਦੀ ਤਰ੍ਹਾਂ ਉੱਡ ਲੈਨੇ ਆ, ਤੇ ਗੁਰੂ ਨਾਨਕ ਸਾਹਿਬ ਤੋਂ ਇਹ ਕੁਝ ਕਰ ਨਹੀਂ ਹੋਣਾ। ਪਰ ਮਹਾਰਾਜ ਸਾਹਿਬ ਦੇ ਅੱਗੇ ਉਹਨਾਂ ਗੋਡੇ ਟੇਕੇ। ਉਸ ਵਕਤ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਆਕਾਸ਼ ਵੱਲ ਘੱਲੀ ਹੋਈ ਖੜਾਬ ਸਿੱਧ ਪਕੜ ਨਾ ਸਕੇ, ਫਿਰ ਉਹ ਮਹਾਰਾਜ ਦੇ ਅੱਗੇ ਝੁਕੇ। ਸਤਿਗੁਰੂ ਕਹਿਣ ਲੱਗੇ, ਸਿੱਧੋ ਤੀਰਥਾਂ ਤੇ ਇਸ਼ਨਾਨ ਕਰਕੇ ਮੈਂ ਕੀ ਕਰਾਂ? ਜੇਕਰ ਮੇਰਾ ਕੀਤਾ ਇਸ਼ਨਾਨ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਭਾਇਆ ਹੀ ਨਾ, ਫਿਰ ਮੈਂ ਤੀਰਥਾਂ ਤੇ ਨਹਾ ਕੇ ਕਰਾਂਗਾ ਕੀ? ਭਾਵ ਜੇ ਪਰਮੇਸ਼ਰ ਨੂੰ ਨਾ ਭਾਵੇ ਤੇ ਸਾਡਾ ਤੁਹਾਡਾ ਤੀਰਥਾਂ ਤੇ ਭ੍ਰਮਣ ਕਰਨਾ ਕਿਸ ਅਰਥ ਹੈ? ਫਿਰ ਤੇ ਨਿਸ਼ਫਲ ਹੈ, ਫਿਰ ਤੇ ਵਿਅਰਥ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਤੀਰਥ ਮਨੁੱਖ ਦੇ ਅੰਦਰ ਵੀ ਹੈ। ਅਗਰ ਇਹਨੂੰ ਸੋਝੀ ਮਿਲੇ ਪੂਰੇ ਗੁਰੂ ਦੇ ਪਾਸੋਂ। ਸਿੱਧ ਕਹਿਣ ਲੱਗੇ ਮਹਾਰਾਜ, ਬਾਹਰਲੇ ਤੀਰਥ ਤੇ ਸੁਣੇ ਸਨ 68, ਅੰਦਰ ਵੀ ਕੋਈ ਤੀਰਥ ਹੈ? ਅਸਾਂ ਨਹੀਂ ਸੁਣਿਆ ਅੱਜ ਤੱਕ। ਮਹਾਰਾਜ ਕਹਿੰਦੇ ਹੈ। ਕਹਿਣ ਲੱਗੇ ਜੀ ਕਿਹੜਾ ਤੀਰਥ ਹੈ ਅੰਦਰ? ਹਰ ਮਨੁੱਖ ਦੇ ਅੰਦਰ ਹੈ। ਸਤਿਗੁਰੂ ਕਹਿੰਦੇ ਹਾਂ। ਸਿੱਧ ਕਹਿੰਦੇ ਮਹਾਰਾਜ ਸਮਝਾਓ। ਗੁਰੂ ਨਾਨਕ ਸਾਹਿਬ ਕਹਿੰਦੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਭਾਈ ਪ੍ਰੇਮ ਨਾਲ ਸ਼ਰਵਣ ਕੀਤਾ ਵਾਹਿਗੁਰੂ ਜੀ ਦੇ ਨਾਮ ਨੂੰ, ਗੁਰੂ ਦੀਆਂ ਸਿਫਤਾਂ ਨੂੰ, ਫਿਰ ਸੁਣ ਕੇ ਜਿਨ੍ਹਾਂ ਨੇ ਮੰਨਣ ਵਿੱਚ ਲਿਆਂਦਾ, ਮੰਨਣਾ ਕੀਤਾ, ਗੁਰੂ ਪਰਮੇਸ਼ਰ ਦੇ ਬਚਨਾਂ ਨੂੰ, ਪ੍ਰਭੂ ਦੇ ਨਾਮ ਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ, ਫਿਰ ਉਹਨਾਂ ਨੂੰ ਆਪਣੇ ਅੰਤਰ ਕਹੀਏ ਅੰਦਰੋਂ, ਗਤ ਕਹੀਏ ਪ੍ਰਾਪਤੀ, ਫਿਰ ਉਹਨਾਂ ਨੂੰ ਆਪਣੇ ਅੰਤਰ ਆਤਮੇ ਤੋਂ ਹੀ ਆਤਮ ਰੂਪੀ ਤੀਰਥ ਦੀ ਪ੍ਰਾਪਤੀ ਹੋ ਗਈ। ਅੰਤਰਗਤ ਤੀਰਥ ਮਲ ਨਾਓ। ਗੁਰਬਾਣੀ ਦਾ ਪਾਵਨ ਫਰਮਾਨ। ਮਹਾਰਾਜ ਕਹਿੰਦੇ ਮਨੁੱਖ ਦਾ ਜਿਹੜਾ ਮਨ ਹੈ, ਅਸਲ ਵਿੱਚ ਇਹੀ ਕਾਂਸ਼ੀ ਹੈ, ਇਹੀ ਤੀਰਥ ਹੈ, ਇਹੀ ਬਨਾਰਸ ਹੈ। ਮਨੁੱਖ ਦਾ ਮਨ, ਮਨ ਹੀ ਧਰਮ ਹੈ, ਮਨ ਹੀ ਅਧਰਮ ਹੈ। ਮਨ ਕਰਕੇ ਹੀ ਕੋਈ ਧਰਮੀ ਹੈ ਤੇ ਮਨ ਕਰਕੇ ਹੀ ਕੋਈ ਅਧਰਮੀ ਹੋ ਜਾਂਦਾ ਹੈ। ਕੋਈ ਅਧਰਮੀ ਤੋਂ ਧਰਮੀ ਮਨ ਦੁਆਰਾ ਹੀ ਬਣਦਾ ਹੈ। ਸਤਿਗੁਰੂ ਜੀ ਦਾ ਪਾਵਨ ਫਰਮਾਨ, ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਜ ਤਤ ਤੇ ਜਨਮਾ। ਇਹ ਮਨ ਹੀ ਕਰਮਾ ਤੇ ਮਨ ਹੀ ਧਰਮਾ ਹੈ। ਮਨ ਹੀ ਤੀਰਥ ਹੈ, ਮਨ ਹੀ ਕਾਸ਼ੀ ਹੈ,
मन ही बनारस है, मन ही मंदिर है, मन ही मस्जिद है, मन ही गिरजा है ते मन ही गुरुद्वारा है। जेकर समझ आ जावे। महाराज कहते एहो मन कांसी सब तीरथ सिमरित। ये मन ही कांशी है भाई, मन ही सारियां सिमरतियां, मन ही सारे तीरथ है, सब कुछ मन ही है। एहो मन कांसी सब तीरथ सिमरित। सतगुर दिया बुझाए, जिन्हां नूं सतगुरां ने, पूरे गुरां ने जिन्हां नूं ये उपदेश ज्ञान समझा दिता, फिर वो समझ गए गुरु द्वारा भी असल विच साडा मन ही मंदिर, मन ही मसीत, मन ही गिरजा ते मन ही गुरुद्वारा है। एहो मन कांशी सब तीरथ सिमरित। सतगुर दिया बुझाए 68 तीरथ तिस संग रह है। 68 तीरथ ਉਹਦੇ ਨਾਲ ਰਹਿੰਦੇ ਨੇ ਹਮੇਸ਼ਾ। ਕਿਹਦੇ ਨਾਲ ਮਹਾਰਾਜ ਜੀ? 68 ਤੀਰਥ ਤਿਸ ਸੰਗ ਰਹਿ, ਜਿਨ ਹਰ ਹਿਰਦੈ ਰਹਿਆ ਸਮਾਏ। ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਅੱਠੇ ਪਹਿਰ ਪਰਮਾਤਮਾ ਸਮਾਇਆ ਰਹਿੰਦਾ, ਉਹਨਾਂ ਦੇ ਨਾਲ ਉਹਨਾਂ ਗੁਰਮੁਖਾਂ, ਭਗਤ ਜਨਾਂ, ਸੰਤ ਜਨਾਂ, ਦਰਵੇਸ਼ ਜਨਾਂ ਦੇ ਨਾਲ ਅੱਠੇ ਪਹਿਰ 68 ਤੀਰਥ ਉਹਨਾਂ ਦੇ ਅੰਗ ਸੰਗ ਰਹਿੰਦੇ ਨੇ। ਦਰ ਅਸਲ ਐਸਾ ਸੰਤ, ਐਸਾ ਰੱਬ ਦਾ ਪਿਆਰਾ, ਐਸਾ ਕੋਈ ਗੁਰਮੁਖ ਜਿੱਥੇ ਵੀ ਆਪਣੇ ਕਦਮ ਰੱਖ ਦਿੰਦਾ, ਆਪਣੇ ਚਰਨ ਧਰ ਦਿੰਦਾ, 68 ਤੀਰਥ ਉੱਥੇ ਹੀ ਆ ਕੇ ਵਸ ਜਾਂਦੇ ਨੇ। ਗੁਰਬਾਣੀ ਦਾ ਪਾਵਨ ਫਰਮਾਨ 68 ਤੀਰਥ ਜਹ ਸਾਧ ਪਗ ਧਰ ਹੈ। 68 ਤੀਰਥ ਕਿੱਥੇ ਨੇ? ਜਿੱਥੇ ਪੂਰੇ ਗੁਰੂ ਦੇ ਚਰਨ ਪੈ ਗਏ, ਉਸ ਥਾਂ ਤੇ 68 ਤੀਰਥ ਆਪਣੇ ਆਪ ਉਸ ਥਾਂ ਤੇ ਉਸ ਜਗ੍ਹਾ ਦੀ ਪਰਿਕਰਮਾ ਕਰਦੇ ਨੇ। 68 ਤੀਰਥ ਜਿਹੜੇ ਪ੍ਰਮੁੱਖ ਮੰਨੇ ਨੇ ਸਾਡੇ ਦੇਸ਼ ਦੇ ਅੰਦਰ। ਸੋ ਮਹਾਰਾਜ ਕਹਿੰਦੇ 68 ਤੀਰਥ ਜਹ ਸਾਧ ਪਗ ਧਰ ਹੈ। ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਅਸਲ ਵਿੱਚ ਸੱਚਾ ਤੀਰਥ ਪਰਮਾਤਮਾ ਦਾ ਨਾਮ ਹੈ। ਸੱਚੇ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ, ਇਹ ਆਪਣੇ ਆਪ ਵਿੱਚ ਇੱਕ ਤੀਰਥ ਹੈ। ਤੀਰਥ ਦਾ ਇਸ਼ਨਾਨ, ਤੀਰਥ ਦਾ ਫਲ ਪ੍ਰਾਪਤ ਹੈ ਪ੍ਰਭੂ ਦੇ ਨਾਮ ਵਿੱਚੋਂ, ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚੋਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਹੁਣ ਮਹਾਰਾਜ ਕਹਿੰਦੇ ਮਨੁੱਖੀ ਫਿਤਰਤ ਕੀ ਹੈ? ਪਾਪ ਕਰਦੇ ਪੰਜਾਂ ਦੇ ਵਸ ਹੋ ਕੇ, ਤੇ ਤੀਰਥਾਂ ਤੇ ਨਹਾ ਕੇ ਕਹਿੰਦਾ ਸਾਰੇ ਉਤਰ ਗਏ ਪਾਪ। ਮਹਾਰਾਜ ਕਹਿੰਦੇ ਪਾਪ ਕਰਹਿ ਪੰਚਾਂ ਕੇ ਬਸ ਰੇ। ਤੀਰਥ ਨਹਾਏ
ਕਹਿ ਸਭ ਉਤਰੇ। ਤੀਰਥ ਤੇ ਨਹਾ ਕੇ ਆਖ ਦਿੰਦੇ ਵੀ ਸਾਰੇ ਪਾਪ ਮੇਰੇ ਲਹਿ ਗਏ। ਪਹਿਲਾਂ ਪੰਜਾਂ ਦੇ ਅਧੀਨ ਹੋ ਕੇ ਮਨ ਪਾਪ ਕਰਦਾ, ਫਿਰ ਤੀਰਥ ਤੇ ਇੱਕ ਵਾਰ ਨਹਾ ਕੇ ਕਹਿੰਦਾ ਲਓ ਜੀ ਸਾਰੇ ਲੱਥ ਗਏ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ। ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਅਸ ਹੋਰ। ਤੀਰਥਾਂ ਤੇ ਨਹਾਉਣ ਚੱਲੇ ਨੇ ਪਰ ਮਨ ਦੀ ਮੈਲ ਤੇ ਗਈ ਨਾ, ਮਨ ਵਿੱਚ ਤੇ ਚੋਰ ਹੈ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ। ਮਨ ਦੇ ਖੋਟੇ ਨੇ, ਤਨ ਵਿੱਚ ਚੋਰ ਹੈ। ਫਿਰ ਹਸ਼ਰ ਕੀ ਹੈ? ਐਸੇ ਤੀਰਥ ਇਸ਼ਨਾਨ ਦਾ ਗੁਰੂ ਕਹਿੰਦੇ ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਅਸ ਹੋਰ। ਇੱਕ ਪਾਪ ਲੱਥਾ ਉੱਥੇ ਜਾ ਕੇ, ਦੂਜਾ ਚੜਾ ਲਿਆ। ਗਿਆ ਤੇ ਸੀ ਲਾਉਣ ਸਾਰੇ ਪਾਪਾਂ ਦੀ ਮੈਲ ਨੂੰ, ਪਰੇ ਤੇ ਹੋਰ ਵਧੇਰੇ ਚੜਾ ਕੇ ਆ ਗਿਆ। ਮਹਾਰਾਜ ਕਹਿੰਦੇ ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੁੰਮੜੀ, ਅੰਦਰ ਵਿਸ ਨਿਕੋਰ। ਬਾਹਰੋਂ ਤੁੰਮੜੀ ਬੜੀ ਧੋਤੀ ਹੈ, ਬੜੀ ਚਮਕਦੀ ਹੈ, ਪਰ ਅੰਦਰ ਤੇ ਉਹਦੇ ਜ਼ਹਿਰ ਹੈ, ਨਿਰੀ ਦੀ ਨਿਰੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾਂ, ਪ੍ਰਭੂ ਦੇ ਸਿਮਰਨ ਤੋਂ ਬਿਨਾਂ ਇਹ ਮਨ ਦੀ ਮੈਲ ਨਹੀਂ ਉਤਰਦੀ। ਮਹਾਰਾਜ ਕਹਿੰਦੇ ਜੇ ਤੇਰੇ ਤੀਰਥ ਨਹਾਏ, ਅਹੰਗ ਬੁੱਧ ਮੈਲ ਲਾਏ। ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਜਿੰਨੇ ਤੀਰਥਾਂ ਤੇ ਬੰਦਾ ਨਹਾਉਂਦਾ ਗਿਆ, ਉਤਨੀ ਵਧੇਰੀ ਹਉਮੈ ਦੀ ਮੈਲ ਇਹਨੂੰ ਚਿੰਬੜਦੀ ਗਈ। ਮੈਂ ਤੇ ਇਤਨੀ ਦਫਾ ਇਸ ਤੀਰਥ ਤੇ ਗਿਆ ਹਾਂ, ਐਨੀ ਦਫਾ ਮੈਂ ਤੇ ਇਸ ਤੀਰਥ ਦੇ ਦਰਸ਼ਨ ਇਸ਼ਨਾਨ ਕਰ ਚੁੱਕਾ ਹਾਂ। ਗੁਰੂ ਕਹਿੰਦੇ ਚਾਹੀਦੀ ਸੀ ਮੈਲ ਉਤਰਨੀ, ਪਰ ਇਹ ਤੇ ਹੋਰ ਵੱਧ ਕੇ ਚੜ ਗਈ। ਸੋ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨ। ਅੰਤਰ ਮੈਲ ਤੀਰਥ ਪਰਮੀਜੈ। ਅੰਦਰ ਮੈਲ ਹੈ ਤੇ ਤੀਰਥਾਂ ਤੇ ਆਪਾਂ ਭਰਮਣਾ ਕਰੀਏ ਜੀ। ਅੰਤਰ ਮੈਲ ਤੀਰਥ ਪਰਮੀਜੈ। ਮਨ ਨਹੀਂ ਸੂਚਾ, ਕਿਆ ਸੋਚ ਕਰੀਜੈ। ਮਨ ਤੇ ਸੁੱਚਾ ਨਹੀਂ ਤੇ ਬਾਹਰੋਂ ਕੀ ਤੁਸੀਂ ਆਪਣੇ ਸਰੀਰ ਨੂੰ ਪਵਿੱਤਰ ਕਰਨ ਦਾ ਯਤਨ ਕਰਦੇ ਹੋ ਭਾਈ, ਜਦੋਂ ਮਨ ਤੇ ਪਵਿੱਤਰ ਹੋਇਆ ਨਹੀਂ। ਮਨ ਪਵਿੱਤਰ ਕੇਵਲ ਸ਼ਬਦ ਨਾਲ, ਕੇਵਲ ਪ੍ਰਭੂ ਦੇ ਸਿਮਰਨ ਨਾਲ, ਸ਼ਬਦ ਦੀ ਵਿਚਾਰ ਨਾਲ ਹੋਵੇਗਾ। ਮਹਾਰਾਜ ਕਹਿੰਦੇ ਅੰਤਰ ਮੈਲ ਤੀਰਥ ਪਰਮੀਜੈ। ਮਨ ਨਹੀਂ ਸੋਚਾ, ਕਿਆ ਸੋਚ ਕਰੀਜੈ। ਕਿਰਤ ਪਿਆ ਦੋਸ ਕਾਕੋ ਦੀਜੈ। ਮਹਾਰਾਜ ਕਹਿੰਦੇ ਹੈ ਤੇ ਮੇਰੇ ਸਾਡੇ ਕਰਮਾਂ ਦਾ ਇਹ ਫਲ, ਤੇ ਕਰਮ ਮੇਰੇ ਆਪਣੇ ਨੇ। ਦੋਸ਼ ਮੈਂ ਦੂਸਰੇ ਕਿਸ ਦੇ ਉੱਪਰ ਮੜਾਂ। ਮੈਂ ਕਾਹਦੇ ਵਾਸਤੇ ਦੂਜੇ ਨੂੰ ਦੋਸ਼ ਦਵਾਂ। ਤਾਂ ਤੇ ਸਤਿਗੁਰੂ ਕਹਿੰਦੇ ਪਿਆਰਿਓ ਸੁਣਨਾ ਕਰੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦੀ ਇਸ 6ਵੀਂ ਪੌੜੀ ਦੇ ਅੰਦਰ ਕੀ ਸਮਝਾਉਂਦੇ ਹਨ ਜੀ। ਤੀਰਥ ਨਾਵਾਂ ਜੀ ਤਿਸ ਪਾਵਾਂ। ਮੈਂ ਤੀਰਥਾਂ ਤੇ ਤਾਂ ਨਹਾਵਾਂ
ਜੇਕਰ ਉਹਨੂੰ ਭਾ ਜਾਵਾਂ, ਅਗਰ ਮੇਰਾ ਕੀਤਾ ਇਸ਼ਨਾਨ ਮੇਰੇ ਮਾਲਕ ਅਕਾਲ ਪੁਰਖ ਜੀ ਨੂੰ ਭਾਵੇ ਤਾਂ ਮੈਂ ਤੀਰਥਾਂ ਤੇ ਨਹਾਵਾਂ, ਤੇ ਤਾਂ ਮੇਰਾ ਤੀਰਥਾਂ ਤੇ ਨਹਾਉਣਾ ਇਸ਼ਨਾਨ ਕਰਨਾ ਸਫਲਾ ਹੈ ਪਿਆਰਿਓ। ਵਿਣ ਪਾਣੀ ਕੇ ਨਾਏ ਕਰੀ। ਅਗਰ ਉਹਨੂੰ ਪਾਇਆ ਹੀ ਨਾ ਤੇ ਫਿਰ ਮੈਂ ਨਹਾ ਕੇ ਕਰਾਂਗਾ ਕਿ 68 ਤੀਰਥਾਂ ਦੇ ਉੱਪਰ ਮਹਾਰਾਜ ਕਹਿੰਦੇ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢੁਕ ਨਾਵੈ। ਅਗਰ ਪਾਣੀ ਦੇ ਵਿੱਚ ਜਲ ਵਿੱਚ ਕੇਵਲ ਇਸ਼ਨਾਨ ਕਰਨ ਦੇ ਨਾਲ ਮੁਕਤੀ ਹੁੰਦੀ ਤਾਂ ਜਿਹੜੇ ਡੱਡੂ ਨੇ ਉਹ ਤੇ ਰਹਿੰਦੇ ਹੀ ਤੀਰਥਾਂ ਦੇ ਵਿੱਚ ਨੇ, ਉਹ ਤੇ ਅੱਠੇ ਪੈਰ ਉੱਥੇ ਇਸ਼ਨਾਨ ਕਰਦੇ ਨੇ। ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢੁਕ ਨਾਵੈ। ਜੈਸੇ ਮੇਂਢੁਕ ਤੈਸੇ ਓਏ ਨਰ ਫਿਰ ਜੋਨੀ ਆਵੈ। ਫਿਰ ਜਿਉ ਜੇ ਡੱਡੂ ਨੇ ਉਹੋ ਜਿਉ ਮਨੁੱਖ ਨੇ ਜਿਹੜੇ ਨਾਮ ਤੋਂ ਹੀਣੇ ਹੋ ਕੇ ਕੇਵਲ ਤੀਰਥ ਇਸ਼ਨਾਨ ਤੇ ਜ਼ੋਰ ਦੇਈ ਜਾਂਦੇ ਨੇ ਤੇ ਪ੍ਰਭੂ ਦੀ ਬੰਦਗੀ, ਪ੍ਰਭੂ ਦੀ ਭਗਤੀ, ਪ੍ਰਭੂ ਦਾ ਸਿਮਰਨ ਨਹੀਂ ਕਰਦੇ। ਉਹਨਾਂ ਵਿੱਚ ਤੇ ਡੱਡੂਆਂ ਵਿੱਚ ਸਤਿਗੁਰੂ ਕਹਿੰਦੇ ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢੁਕ ਨਾਵੈ। ਜੈਸੇ ਮੇਂਢੁਕ ਤੈਸੇ ਓਏ ਨਰ ਫਿਰ ਜੋਨੀ ਆਵੈ। ਮੁੜ ਮੁੜ ਕੇ ਉਹ ਜੰਮਦੇ ਨੇ, ਮਰਦੇ ਨੇ, ਜੂਨੀਆਂ ਵਿੱਚ ਆਉਂਦੇ ਨੇ। ਇਸ ਲਈ ਭਾਈ ਪੂਜੋ RAM ਏਕ ਹੀ ਦੇਵਾ, ਇੱਕ ਦੇਵਾ ਪ੍ਰਕਾਸ਼ ਰੂਪ। ਜੋ ਰਮਿਆ ਹੋਇਆ RAM ਹੈ ਉਸੇ ਨੂੰ ਪੂਜਣਾ ਕਰੋ, ਉਸੇ ਨੂੰ ਧਿਆਉਣਾ ਕਰੋ, ਉਸੇ ਨੂੰ ਸਿਮਰਨਾ ਕਰੋ। ਵਾਹਿਗੁਰੂ 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 ਪੂਜੋ RAM ਏਕ ਹੀ ਦੇਵਾ। ਅਗਲੀ ਪੰਕਤੀ ਪੜੋ ਜੀ। ਸਾਚਾ ਨਾਵਣ ਗੁਰ ਕੀ ਸੇਵਾ। 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 ਸੱਚਾ ਨਹਾਉਣਾ ਤੇ ਗੁਰੂ ਦੀ ਸੇਵਾ ਹੈ ਭਾਈ। ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਇਸ ਲਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਅਗਰ ਉਹਨੂੰ ਭਾਇਆ ਹੀ ਨਾ ਤੇ ਮੈਂ ਕੇ ਨਹਾਏ ਕਰੀ, ਮੈਂ ਨਹਾ ਕੇ ਕੀ ਕਰਾਂਗਾ। ਤੀਰਥਾਂ ਦੇ ਉੱਪਰ ਬਨਾਰਸ ਦੀ ਧਰਤੀ ਭਗਤ ਤੁਲਸੀਦਾਸ ਜੀ ਮਨ ਵਿੱਚ ਇੱਕ ਦਿਨ ਖਿਆਲ ਆਇਆ, ਚਲੋ ਤੀਰਥ ਇਸ਼ਨਾਨ ਕਰਕੇ ਆਉਨੇ ਆ। ਜਗਨਨਾਥਪੁਰੀ ਜੀ ਦੇ ਦਰਸ਼ਨ ਕਰਨ ਭਗਤ ਤੁਲਸੀਦਾਸ ਜੀ ਚੱਲੇ ਬਨਾਰਸ ਤੋਂ।
ਜਗਨਨਾਥਪੁਰੀ ਪਹੁੰਚੇ, ਦਰਸ਼ਨ ਇਸ਼ਨਾਨ ਹੋਏ। ਜਦੋਂ ਵਾਪਸ ਪਰਤਣ ਲੱਗੇ ਤਾਂ ਠਾਕੁਰ ਜੀ ਦੀਆਂ ਮੂਰਤੀਆਂ ਕੁਝ ਸਸਤੇ ਭਾਅ ਬਨਾਰਸ ਨਾਲੋਂ ਉੱਥੇ ਵਿਕ ਰਹੀਆਂ ਸਨ। ਭਗਤ ਜੀ ਦੇ ਮਨ ਵਿੱਚ ਫੁਰਨਾ ਆਇਆ ਵੀ ਚਲੋ ਸਸਤੀਆਂ ਨੇ ਠਾਕੁਰ ਜੀ ਦੀਆਂ ਮੂਰਤੀਆਂ, ਬਨਾਰਸ 'ਚ ਮਹਿੰਗੀਆਂ ਨੇ, ਇੱਥੋਂ ਖਰੀਦ ਲੈਂਦੇ ਹਾਂ। ਮੂਰਤੀਆਂ ਠਾਕੁਰ ਜੀ ਦੀਆਂ ਖਰੀਦੀਆਂ ਬਨਾਰਸ ਨੂੰ ਆ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਰ ਜੀ ਨੇ ਇੱਕ ਬਿਰਧ ਬ੍ਰਾਹਮਣ ਦਾ ਰੂਪ ਧਾਰਨ ਕੀਤਾ। ਭਗਤ ਤੁਲਸੀਦਾਸ ਜੀ ਦੇ ਆਸ਼ਰਮ ਡੇਰੇ ਗਏ। ਉੱਥੇ ਕਹਿਣ ਲੱਗੇ ਵੀ ਪ੍ਰੇਮੀਓ ਭਗਤ ਕਿੱਥੇ ਹੈ? ਕਹਿੰਦੇ ਬਾਬਾ ਭਗਤ ਜੀ ਤੀਰਥ ਇਸ਼ਨਾਨ ਕਰਨ ਗਏ ਨੇ, ਜਗਨਨਾਥਪੁਰੀ ਗਏ ਹੋਏ ਨੇ। ਤੇ ਪ੍ਰਭੂ ਜੀ ਕਹਿਣ ਲੱਗੇ ਹਾਂ ਚੰਗਾ ਗਿਆ ਤੀਰਥਾਂ ਤੇ ਨਹਾਉਣ, ਇਸ਼ਨਾਨ ਇਸ਼ਨੂਨ ਕੋਈ ਨਹੀਂ ਕਰਨ ਗਿਆ, ਸੌਦੇਬਾਜ਼ੀ ਕਰਨ ਗਿਆ, ਸੌਦਾ ਖਰੀਦਣ ਗਿਆ। ਉਹ ਜਿਹੜੇ ਸੇਵਕ ਸਨ ਬੜੇ ਹੈਰਾਨ, ਬਈ ਇਹ ਬਾਬੇ ਦੀ ਸ਼ਬਦਾਵਲੀ ਕਿਹੋ ਜਿਹੀ ਹੈ। ਕਹਿਣ ਲੱਗੇ ਬਾਬਾ ਜਾ ਕੰਮ ਕਰ ਆਪਣਾ। ਅਕਾਲ ਪੁਰਖ ਸਾਹਿਬ ਆਪਣੇ ਸਰੂਪ ਨੂੰ ਨਾ ਪਲਟਿਆ। ਭਗਤ ਤੁਲਸੀਦਾਸ ਜੀ ਪਹੁੰਚੇ। ਚੇਲਿਆਂ ਨੇ ਬੜਾ ਆਓ ਭਗਤ ਕੀਤੀ। ਭਗਤ ਜੀ ਕਹਿੰਦੇ ਸੁਣਾਓ ਪ੍ਰੇਮੀਓ, ਸਾਡੇ ਜਾਣ ਤੋਂ ਬਾਅਦ ਆਸ਼ਰਮ ਦਾ ਹਾਲ ਕਿਵੇਂ ਰਿਹਾ? ਸੰਗਤ ਆਈ, ਕਿਸੇ ਨੇ ਸਾਡੀ ਬਾਬਤ ਕੁਝ ਕਿਹਾ ਹੋਵੇ ਤੁਹਾਡੇ ਪਾਸ? ਕਹਿਣ ਲੱਗੇ ਜੀ ਬਾਕੀਆਂ ਨੇ ਤੇ ਸਭ ਨੇ ਧੰਨ ਧੰਨ ਕੀਤੀ। ਇੱਕ ਬਜ਼ੁਰਗ ਜਿਹਾ ਆਇਆ ਸੀ ਬਾਬਾ, ਬ੍ਰਾਹਮਣ ਦੇ ਰੂਪ ਵਿੱਚ। ਉਹਨੇ ਪੁੱਛਿਆ ਭਗਤ ਕਿੱਥੇ ਨੇ? ਅਸਾਂ ਸੱਚ ਦੱਸਿਆ ਵੀ ਤੀਰਥ ਇਸ਼ਨਾਨ ਕਰਨ ਗਏ ਨੇ। ਭਗਤ ਜੀ ਉਹਨੇ ਪਤਾ ਕੀ ਕਿਹਾ? ਉਹ ਕਹਿੰਦਾ ਸੌਦੇਬਾਜ਼ੀ ਕਰਨ ਗਿਆ ਭਗਤ, ਕੋਈ ਤੀਰਥ ਇਸ਼ਨਾਨ ਨਹੀਂ ਕਰਨ ਗਿਆ। ਭਗਤ ਤੁਲਸੀਦਾਸ ਜੀ ਸਮਝ ਗਏ ਬਈ ਮੇਰੀ ਕੀਤੀ ਯਾਤਰਾ, ਮੇਰਾ ਕੀਤਾ ਇਸ਼ਨਾਨ ਸਫਲਾ ਨਹੀਂ ਹੋਇਆ। ਉਨੀ ਪੈਰੀ ਵਾਪਸ ਮੁੜੇ। ਭਗਤ ਤੁਲਸੀਦਾਸ ਜੀ ਮੂਰਤੀਆਂ ਚੁੱਕ ਕੇ ਪਹੁੰਚੇ ਨੇ, ਦਰਸ਼ਨ ਇਸ਼ਨਾਨ ਕੀਤੇ ਜਗਨਨਾਥਪੁਰੀ, ਮੂਰਤੀਆਂ ਵਾਪਸ ਕੀਤੀਆਂ। ਬ੍ਰਾਹਮਣ ਦੇ ਰੂਪ ਵਿੱਚ ਪਰਮੇਸ਼ਰ ਫੇਰ ਆਏ। ਕਹਿਣ ਲੱਗੇ ਪ੍ਰੇਮੀਓ ਭਗਤ ਕਿੱਥੇ ਹੈ? ਉਹ ਕਹਿੰਦੇ ਬਾਬਾ ਤੂੰ ਫੇਰ ਕੋਈ ਪੰਗਾ ਪਾਏਗਾ। ਪਹਿਲਾਂ ਵੀ ਗਏ ਸੀ ਇਸ਼ਨਾਨ ਕਰਨ, ਹੁਣ ਦੁਬਾਰਾ ਗਏ ਨੇ ਇਸ਼ਨਾਨ ਕਰਨ। ਪਰਮੇਸ਼ਰ ਬੋਲੇ ਬਿਰਧ ਬ੍ਰਾਹਮਣ ਦੇ ਰੂਪ ਵਿੱਚ, ਹਾਂ ਇਸ਼ਨਾਨ ਕਰਨ ਗਿਆ ਸੀ ਤੇ ਹੁਣ ਗਿਆ। ਪਹਿਲਾਂ ਸੌਦਾ ਖਰੀਦਣ ਗਿਆ ਸੀ, ਹੁਣ ਖਰੀਦਿਆ ਹੋਇਆ ਸੌਦਾ ਵਾਪਸ ਕਰਨ ਗਿਆ। ਇਹ ਕਾਹਦਾ ਇਸ਼ਨਾਨ ਹੈ? ਤੁਲਸੀਦਾਸ ਜੀ ਵਾਪਸ ਆਏ। ਪੁੱਛਿਆ ਸੁਣਾਓ? ਕਹਿੰਦੇ ਭਗਤ ਜੀ ਉਹ ਬਾਬਾ ਫੇਰ ਆਇਆ ਸੀ, ਐਤਕੀ ਆਊ ਉਹਨੂੰ ਕੁੱਟਾਂਗੇ ਫੜ ਕੇ। ਭਗਤ ਜੀ ਕਹਿੰਦੇ ਨਾ ਐਸਾ ਨਹੀਂ ਕਰਨਾ। ਇਹ ਦੱਸੋ ਉਸ ਬਾਬੇ ਨੇ ਕਿਹਾ ਕੀ? ਕਹਿੰਦੇ ਜੀ ਉਹ ਕਹਿੰਦਾ ਇਹ ਕਾਹਦਾ ਇਸ਼ਨਾਨ ਹੈ, ਇਹ ਕਾਹਦੀ ਯਾਤਰਾ ਹੈ? ਪਹਿਲਾਂ ਸੌਦਾ ਖਰੀਦਣ ਗਿਆ ਸੀ, ਹੁਣ ਸੌਦਾ ਵਾਪਸ ਮੋੜਨ ਗਿਆ। ਭਗਤ ਜੀ ਸਮਝ ਗਏ ਵੀ ਅਜੇ ਵੀ ਪ੍ਰਵਾਨ ਨਹੀਂ ਹੋਇਆ। ਕਾਮਨਾ ਤੋਂ ਰਹਿਤ ਹੋ ਕੇ ਭਗਤ ਤੁਲਸੀਦਾਸ ਜੀ ਤੀਜੀ ਵਾਰੀ ਜਗਨਨਾਥਪੁਰੀ ਗਏ। ਫੇਰ ਆਏ ਅਕਾਲ ਪੁਰਖ ਸਾਹਿਬ ਬਿਰਧ ਬ੍ਰਾਹਮਣ ਦੇ ਰੂਪ ਵਿੱਚ। ਕਹਿੰਦੇ ਪ੍ਰੇਮੀਓ ਭਗਤ ਕਿੱਥੇ ਹੈ? ਤੇ ਜਿਹੜੇ ਭਗਤ ਖਿਜੇ ਹੋਏ ਸਨ ਮੇਰੇ ਵਰਗੇ, ਉਹਨਾਂ ਦੇ ਸੇਵਕ ਕਹਿੰਦੇ ਬਾਬਾ ਜਾ ਕੰਮ ਕਰ ਆਪਣਾ। ਤੈਨੂੰ ਕਿੰਨੀ ਵਾਰੀ ਕਹੀਏ ਇਸ਼ਨਾਨ ਕਰਨ ਗਏ ਨੇ ਸਾਡੇ ਭਗਤ ਜੀ। ਤੇ ਪਰਮੇਸ਼ਰ ਕਹਿੰਦੇ ਹਾਂ ਬਿਲਕੁਲ ਸਹੀ ਫਰਮਾਇਆ ਤੁਸਾਂ। ਹੁਣ ਸੱਚੀ ਮੁੱਚੀ ਭਗਤ ਤੁਲਸੀਦਾਸ ਜੀ ਇਸ਼ਨਾਨ ਕਰਨ ਗਏ ਨੇ, ਵਾਪਸ ਆਏ। ਤੁਲਸੀਦਾਸ ਜੀ ਕਹਿੰਦੇ ਜੀ ਐਤਕੀ ਬੜਾ ਖੁਸ਼ ਸੀ ਉਹ ਬਾਬਾ। ਕਹਿੰਦਾ ਵੀ ਹੁਣ ਸੱਚੀ ਮੁੱਚੀ ਇਸ਼ਨਾਨ ਕਰਨ ਗਏ ਨੇ ਭਗਤ ਜੀ। ਭਗਤ ਤੁਲਸੀਦਾਸ ਜੀ ਕਹਿਣ ਲੱਗੇ ਪ੍ਰੇਮੀਓ
ਉਹ ਤੇ ਆਪ ਹੀ ਉਹ ਸੀ, ਅਸੀਂ ਤੁਸੀਂ ਸਮਝ ਨਹੀਂ ਸਕੇ। ਕਹਾਣੀ ਸਮਝ ਆ ਗਈ ਵੀ ਦਰ ਅਸਲ ਤੀਰਥ ਯਾਤਰਾ, ਤੀਰਥ ਇਸ਼ਨਾਨ ਉਦੋਂ ਹੀ ਉਹਨੂੰ ਪਾਉਂਦਾ ਜਦੋਂ ਕੋਈ ਕਾਮਨਾ ਤੋਂ ਰਹਿਤ ਹੋ ਕੇ ਕਰਦਾ, ਨਹੀਂ ਤੇ ਨਹੀਂ ਪਾਉਂਦਾ। ਹਾਲਤ ਸਾਡੀ ਵੀ ਐਸੀ ਹੈ, ਚੌਗਿਰਦਾ ਸਾਡਾ ਵੀ ਐਸਾ ਹੈ। ਬੜਾ ਚਾਅ ਹੁੰਦਾ ਹੈ ਨਨਕਾਣਾ ਸਾਹਿਬ ਜਾਣਾ ਯਾਤਰਾ ਤੇ। ਲਿਸਟਾਂ ਲੰਬੀਆਂ ਤਿਆਰ ਹੁੰਦੀਆਂ ਨੇ ਸਾਡੇ ਤੁਹਾਡੇ ਘਰਾਂ ਵਿੱਚ, ਕਿਤੇ ਭਾਣਜੀ ਦਾ ਫੋਨ, ਕਿਤੇ ਭਤੀਜੇ ਦਾ ਫੋਨ, ਚੱਲੇ ਹੋ ਜੀ ਤੁਸੀਂ ਨਨਕਾਣਾ ਸਾਹਿਬ ਦਰਸ਼ਨ ਕਰਨ, ਉੱਥੋਂ ਬਦਾਮਾਂ ਦੀਆਂ ਗਿਰੀਆਂ ਸਸਤੀਆਂ ਮਿਲਦੀਆਂ ਲੈ ਕੇ ਆਇਓ। ਕੋਈ ਲਿਸਟ ਪਕੜਾਉਂਦਾ ਸਾਡੇ ਤੁਹਾਡੇ ਹੱਥ ਵਿੱਚ, ਉੱਥੇ ਕੱਪੜਾ ਬੜਾ ਸਸਤਾ ਮਿਲਦਾ ਜੀ, ਬਹੁਤ ਵਧੀਆ ਕੁੜਤੇ ਪਜਾਮੇ ਦੇ ਕੱਪੜੇ ਲੈ ਕੇ ਆਇਓ। ਕਮਾਲ ਦੀਆਂ ਬਾਤਾਂ। ਚੱਲੇ ਆ ਗੁਰੂ ਨਾਨਕ ਦੇ ਘਰ ਵਿੱਚ ਤੇ ਲਿਸਟਾਂ ਲੰਬੀਆਂ ਲੰਬੀਆਂ ਵਪਾਰ ਦੀਆਂ ਆਪਣੀਆਂ ਜੇਬਾਂ ਵਿੱਚ ਪਾ ਕੇ ਲਿਜਾਨੇ ਆ। ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ। ਅਟਾਰੀ ਰੇਲਵੇ ਸਟੇਸ਼ਨ ਤੇ ਕਸਟਮ ਅਧਿਕਾਰੀਆਂ ਨੇ ਇੰਨਾ ਸਮਾਨ ਪਕੜਿਆ ਕੁਝ ਯਾਤਰੂਆਂ ਦੇ ਪਾਸੋਂ। ਕਿ ਇਹੋ ਜੀ ਯਾਤਰਾ ਗੁਰੂ ਨਾਨਕ ਸਾਹਿਬ ਪ੍ਰਵਾਨ ਕਰਨਗੇ ਜੀ? ਕਿ ਐਸੇ ਦਰਸ਼ਨ ਇਸ਼ਨਾਨ ਰੱਬ ਨੂੰ ਭਾਉਣਗੇ ਜਿਹੜੇ ਵਪਾਰ ਦੇ ਮੱਦੇ ਦੇ ਨਾਲ, ਨਜ਼ਰ ਦੇ ਨਾਲ ਯਾਤਰਾ ਇਸ਼ਨਾਨ ਕੀਤੇ ਜਾਂਦੇ ਨੇ? ਇਹ ਗੁਰੂ ਨੂੰ ਨਹੀਂ ਭਾਉਂਦੇ। ਜਦੋਂ ਭਗਤ ਤੁਲਸੀਦਾਸ ਜੀ ਦਾ ਕੀਤਾ ਇਸ਼ਨਾਨ ਪ੍ਰਮਾਤਮਾ ਨੂੰ ਨਾ ਭਾਇਆ, ਜਦੋਂ ਕਾਮਨਾ ਤੋਂ ਰਹਿਤ ਹੋ ਕੇ ਗਏ, ਫਿਰ ਰੱਬ ਜੀ ਨੂੰ ਭਾ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਕੁਝ ਸਮਝਾ ਰਹੇ ਨੇ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ। ਮਹਾਰਾਜ ਕਹਿੰਦੇ ਜਿਤਨੀ ਕ ਸਿਰਠ ਕਹੀਏ ਸ੍ਰਿਸ਼ਟੀ, ਜਿਤਨੀ ਕ ਸ੍ਰਿਸ਼ਟੀ ਮੈਂ ਪਰਮਾਤਮਾ ਦੀ ਉਪਾਈ ਉਤਪੰਨ ਕੀਤੀ, ਪੈਦਾ ਕੀਤੀ, ਵੇਖਦਾ ਹਾਂ। ਵਿਣ ਕਰਮਾਂ ਕੇ ਮਿਲੈ ਲਈ। ਇੱਕੋ ਗੱਲ ਸਾਹਮਣੇ ਆਉਂਦੀ ਹੈ ਬਈ ਵਿਣ ਕਰਮਾਂ ਕੇ ਮਿਲੈ ਲਈ। ਬਈ ਸਾਰੀ ਸ੍ਰਿਸ਼ਟੀ ਵਿੱਚ ਕਰਮਾਂ ਤੋਂ ਬਿਨਾਂ ਕਿਸੇ ਨੂੰ ਕੀ ਮਿਲਦਾ ਤੇ ਕਰਮਾਂ ਤੋਂ ਬਿਨਾਂ ਕੋਈ ਕੀ ਲੈ ਸਕਦਾ ਕਿਸੇ ਦੇ ਪਾਸੋਂ? ਮਹਾਰਾਜ ਕਹਿੰਦੇ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ। ਅਗਰ ਕਰਮ ਫਿਲਾਸਫੀ ਨਾ ਹੁੰਦੀ, ਕਰਮ ਦੀ ਗੱਲ ਨਾ ਹੁੰਦੀ, ਤੇ ਮਹਾਰਾਜ ਕਹਿੰਦੇ ਹਰ ਬੰਦਾ ਦੁਨੀਆ ਦਾ ਰਈਸ ਬਣਨਾ ਸੀ। ਰਈਸ, ਦੁਨੀਆ 'ਚ ਗਰੀਬੀ ਨਹੀਂ ਸੀ ਰਹਿਣੀ। ਮਹਾਰਾਜ ਕਹਿੰਦੇ ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ, ਪਰ ਕਰਮਾਂ ਉੱਪਰ ਨਿਬੜੈ। ਜੇ ਲੋਚੈ ਸਭ ਕੋਏ। ਸਤਿਗੁਰੂ ਕਹਿੰਦੇ ਸਾਰੇ ਲੋਚਦੇ ਤੇ ਹਨ, ਮੈਨੂੰ ਆ ਵੀ ਮਿਲੇ, ਮੈਨੂੰ ਆ ਵੀ ਮਿਲੇ, ਪਰ ਮਹਾਰਾਜ ਕਹਿੰਦੇ ਨਵੇੜਾ ਤੇ ਭਾਈ ਕਰਮਾਂ ਦੇ ਉੱਪਰ ਹੀ ਹੁੰਦਾ ਹੈ। ਇਸ ਲਈ ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ। ਜੀਵ ਦੀ ਮਤ ਦੇ ਅੰਦਰ ਹੀ ਜਵਾਹਰ ਤੇ ਮਾਣਕ ਹਨ। ਜੇ ਇੱਕ ਗੁਰ ਕੀ ਸਿੱਖ ਸੁਣੀ। ਇਹਦੀ ਮਤ ਵਿੱਚ ਹੀ ਰਤਨ ਜਵਾਹਰ ਮਾਣਕ ਨੇ। ਅਗਰ ਇਹ ਇੱਕ ਸਿੱਖਿਆ ਆਪਣੇ ਸਤਿਗੁਰਾਂ ਦੀ ਸੁਣ ਲਵੇ, ਸੁਣ ਕੇ ਮਨ ਵਿੱਚ ਵਸਾ ਲਵੇ, ਧਾਰਨ ਕਰ ਲਵੇ, ਫਿਰ ਇਸੇ ਮਤ ਦੇ ਵਿੱਚੋਂ ਨਾਮ ਰੂਪੀ ਰਤਨ, ਗਿਆਨ ਰੂਪੀ ਜਵਾਹਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਗਤ ਗੁਰੂ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਮਰਦਾਨਾ ਜੀ ਨੇ ਅਰਜ਼ ਕੀਤੀ, ਮਹਾਰਾਜ ਬਹੁਤ ਸਮਾਂ ਹੋ ਗਿਆ, ਪਿੰਡ ਨਹੀਂ ਗਏ, ਮੈਂ ਪਰਿਵਾਰ ਦੇ ਪਾਸ ਜਾਣਾ। ਸਤਿਗੁਰੂ ਕਹਿੰਦੇ ਤੇਰੀ ਇੱਛਾ। ਮਹਾਰਾਜ ਕਹਿੰਦੇ ਲਿਆ ਬੁੱਕ ਕਰ। ਕੱਪੜੇ ਦੇ ਵਿੱਚ ਮਹਾਰਾਜ ਕਹਿੰਦੇ ਰੋੜ ਚੁੱਕੇ ਔਰ ਕੱਪੜੇ 'ਚ ਦੇ ਦੇ, ਕਹਿੰਦੇ ਗੰਢ ਮਾਰੇ ਨੂੰ ਖੋਲੀ ਨਾ, ਘਰੇ ਜਾ ਕੇ ਖੋਲੀ। ਮਰਦਾਨਾ ਜੀ ਸੋਚਣ ਵੀ ਰੋੜ, ਆਖਿਆ ਸਤ ਬਚਨ ਮਹਾਰਾਜ। ਸੋਚਾਂ ਸੋਚਦੇ ਜਾ ਰਹੇ ਨੇ, ਬੱਚੇ ਕੀ ਕਹਿਣਗੇ, ਪਰਿਵਾਰ ਕੀ ਆਖੇਗਾ, ਕੀ ਲੈ ਕੇ ਆਏ ਹੋ, ਕੀ ਕਹਾਂਗਾ ਭਈਆ ਕੁਝ। ਕਹਿੰਦੇ ਚਲੋ ਗੁਰੂ ਸਮਰੱਥ ਹੈ। ਘਰੇ ਗਏ, ਪਰਿਵਾਰ ਕਹਿੰਦੇ ਕੀ ਲਿਆਏ ਹੋ। ਜਦੋਂ ਗੰਢ ਖੋਲੀ, ਰੋੜਾਂ ਦੇ ਲਾਲ ਬਣ ਚੁੱਕੇ ਸਨ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇਕਰ ਇੱਕ ਗੁਰੂ ਦੀ ਸਿੱਖ ਕਹੀਏ, ਸਿੱਖਿਆ ਸੁਣ ਲਈ ਜਾਵੇ, ਫਿਰ ਇਸੇ ਮਤ ਵਿੱਚੋਂ ਇਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਗੁਰਾ ਇੱਕ ਦੇਹ ਬੁਝਾਏ, ਗੁਰਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਜੀ ਨੇ ਭਾਈ ਸਾਨੂੰ ਤੇ ਇਹੋ ਸਿੱਖਿਆ ਸਮਝਾ ਦਿੱਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਕਿਹੜੀ ਸਿੱਖਿਆ ਜੀ? ਆ ਸਿੱਖਿਆ ਇੱਕ ਦਾਤਾ, 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 ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਇਹ ਸਮਝਾਈਏ ਸਿੱਖਿਆ ਸਾਨੂੰ ਸਾਡੇ ਸਤਿਗੁਰੂ ਅਕਾਲ ਪੁਰਖ ਸਾਹਿਬ ਨੇ ਕਿ ਤਮਾਮ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਹੀ ਹੈ ਭਾਈ। ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਏ, ਇਸ ਲਈ ਮੇਰੀ ਅਰਦਾਸ ਹੈ, ਮੈਨੂੰ ਉਹ ਦਾਤਾ ਕਦੇ ਵਿਸਰੇ ਨਾ, ਕਦੇ ਭੁੱਲ ਨਾ ਜਾਵੇ। ਸਾਡੀ ਤੇ ਇਹੀ ਅਰਦਾਸ ਅੱਠੇ ਪਹਿਰ ਮਾਲਕ ਦੇ ਚਰਨਾਂ ਵਿੱਚ ਹੈ। ਸੋ ਮੈਂ ਵਿਸਰ ਨਾ ਜਾਈ। ਸਮੇਂ ਦੀ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।